तो आओ सत्संग जी आप जी वालों जो भेजे सवाल ने वो ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨੇ। तो एक-एक सवाल करके ਆਪਾਂ ਉਹਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ। तो ਜਿਵੇਂ ਪਹਿਲੇ ਵੀਰ ਜੀ ਨੇ ਦੱਸਿਆ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਮੈਂਬਰਸ ਜਿਹੜੇ ਨੇ ਹਰ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਾਣੀ ਸਮੁੰਦਰ ਹੈ तो परफेक्शन ਤਾਂ ਕਿਸੇ 'ਚ ਨਹੀਂ ਹੈ ਪਰ ਕੋਸ਼ਿਸ਼ ਜ਼ਰੂਰ ਹੈ ਔਰ ਕਰਨੀ ਵੀ ਚਾਹੀਦੀ। तो ਉਸੇ ਕੋਸ਼ਿਸ਼ ਦੇ ਸਦਕਾ ਜੋ ਵੀ ਸਾਡੇ ਕੋਲ ਉੱਤਰ ਬਣਦੇ ਨੇ ਅਸੀਂ ਤੁਹਾਡੇ ਸਾਹਮਣੇ ਹਰ ਹਫ਼ਤੇ ਪੇਸ਼ ਹੁੰਦੇ ਹਾਂ। तो आओ साध संगत जी ਸਵਾਲ ਜਿਹੜੇ ਨੇ ਉਹਨਾਂ ਚੋਂ ਕੁਝ ਸਵਾਲ ਜਿਹੜੇ ਨੇ ਉਹ ਸ਼ਬਦਾਂ ਦੇ ਉਚਾਰਨ ਬਾਰੇ ਨੇ। तो ਪਹਿਲੇ ਆਪਾਂ ਸ਼ਬਦ ਉਚਾਰਨ ਦਾ ਇੱਕ ਜੋ ਸਵਾਲ ਹੈ ਉਹ ਲੈਂਦੇ ਹਾਂ। ਸਾਨੂੰ ਵੀਰ ਹਰਵਿੰਦਰ ਸਿੰਘ ਜੀ ਘੁੰਮਣ ਉਹਨਾਂ ਨੇ ਇਹ ਸਾਨੂੰ ਸਵਾਲ ਭੇਜਿਆ ਸੀ। ਮੈਂ ਉਹਨਾਂ ਨੂੰ ਬੇਨਤੀ ਵੈਸੇ ਕੀਤੀ ਸੀ ਸਵਾਲ ਗਰੁੱਪ ਚੈਟ 'ਚ ਲਿਖਿਆ ਸੀ ਜੇ ਹੋ ਸਕੇ ਤਾਂ ਮੈਂ ਬਾਕੀ ਸੰਗਤ ਨੂੰ ਬੇਨਤੀ ਕਰਦਾ ਹਾਂ ਜਿਸ ਵੇਲੇ ਕਿਸੇ ਸ਼ਬਦ ਦੇ ਉਚਾਰਨ ਬਾਰੇ ਕੋਈ ਸਾਨੂੰ ਸਵਾਲ ਆਉਂਦਾ ਤਾਂ ਉਹਦੇ ਜੇਕਰ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਨਾਲ ਲਿਖਦੇ ਹੋ ਜਾਂ ਤੁਕ ਪੂਰੀ ਕੋਟ ਕਰਦੇ ਹੋ ਤਾਂ ਉਹਦੇ 'ਚ ਸਾਨੂੰ ਜ਼ਿਆਦਾ ਸਹਾਇਤਾ ਹੁੰਦੀ ਹੈ। ਉਸ ਤਰ੍ਹਾਂ ਕਿਉਂਕਿ ਇੱਕ ਅੱਖਰ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਥਾਂ ਤੇ ਰਿਪੀਟ ਹੋਇਆ ਹੁੰਦਾ ਤਾਂ ਉਹ ਹੋ ਸਕਦਾ ਵੀ ਜਿਹੜਾ ਸਵਾਲ ਕਰਤਾ ਹੈ ਉਹਦੇ ਮਨ ਵਿੱਚ ਕੋਈ ਜਿਹੜੀ ਤੁਕ ਹੈ ਅਸੀਂ ਕਿਸੇ ਹੋਰ ਤੁਕ ਨੂੰ ਲੈ ਲਈਏ ਤੇ ਕਈ ਵਾਰੀ ਕਿਉਂਕਿ ਸੇਮ ਅੱਖਰ ਜਿਹੜਾ ਸੇਮ ਸ਼ਬਦ ਜਿਹੜਾ ਉਹਦੇ ਰੈਫਰੈਂਸ ਟੂ ਦੀ ਕੰਟੈਕਸਟ ਭਾਵ ਉਹਦੇ ਜਿਹੜਾ ਸਵਾਲ ਦਾ ਸੰਦਰਭ ਹੈ ਉਹਦੇ 'ਚ ਉਹਦੇ ਅਰਥ ਜਿਹੜੇ ਨੇ ਜ਼ਰੂਰੀ ਨਹੀਂ ਵੀ ਹਰ ਇੱਕ ਥਾਂ ਤੇ ਇੱਕੋ ਜਿਹੇ ਹੋਣ। ਸੋ ਇਸ ਲਈ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਵੀ ਜਦ ਵੀ ਅਸੀਂ ਕੋਈ ਸਵਾਲ ਐਸਾ ਕਰਨਾ ਹੈ ਜਿਹਦੇ 'ਚ ਕਿਸੇ ਸ਼ਬਦ ਦਾ ਉਚਾਰਨ ਹੈ ਖਾਸ ਇੱਕ ਸ਼ਬਦ ਦਾ ਤਾਂ ਕਿਰਪਾ ਕਰਕੇ ਪੂਰੀ ਤੁਕ ਲਿਖੀ ਜਾਏ ਜਾਂ ਪੰਨਾ ਲਿਖ ਦਿੱਤਾ ਜਾਏ ਤਾਂ ਜੇ ਜਿਸ ਸ਼ਬਦ ਦਾ ਆਪ ਜੀ ਪੁੱਛ ਰਹੇ ਹੋ ਅਸੀਂ ਉਸੇ ਦਾ ਹੀ ਉਸੇ ਸੰਦਰਭ ਵਿੱਚ ਉਹਦਾ ਉੱਤਰ ਜਿਹੜਾ ਲੱਭਣ ਦੀ ਕੋਸ਼ਿਸ਼ ਕਰੀ। तो ਆਸ ਹੈ ਸੰਗਤ ਇਸ ਗੱਲ ਦਾ ਖਿਆਲ ਰੱਖੇਗੀ। तो ਵੀਰ ਜੀ ਨੇ ਜਿਹੜਾ ਸਵਾਲ ਕੀਤਾ ਸਾਧ ਸੰਗਤ ਜੀ ਉਹ ਹੈ ਪੱਪੇ ਨੂੰ ਕੰਨਾ ਤੱਤਾ ਸੱਸੇ ਨੂੰ ਕੰਨਾ ਹਾਹਾ ਫਿਰ ਕਈ ਥਾਂ ਤੇ ਹਾਹੇ ਨੂੰ ਬਿਹਾਰੀ ਹੁੰਦੀ ਹੈ ਕਈ ਥਾਂ ਤੇ ਹਾਹੇ ਨਾਲ ਕੰਨਾ ਵੀ ਹੁੰਦਾ ਹੈ ਤੇ ਕਈ ਥਾਂ ਤੇ ਹਾਹਾ ਮੁਕਤਾ ਵੀ। ਇਹ ਅੱਖਰ ਜਿਹੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਸਰ ਆਉਂਦੇ ਨੇ ਤਾਂ ਉਹਨਾਂ ਦਾ ਸਵਾਲ ਵੀ ਇਹੀ ਹੈ ਕਿ ਇਹ ਜਿਹੜੇ ਸ਼ਬਦ ਨੇ ਜਿਹੜੇ ਇਸ ਸ਼ਬਦ ਦੀਆਂ ਭਿੰਨ ਜਿਹੜੀਆਂ ਇਹ ਵੰਨਗੀਆਂ ਜਿਵੇਂ ਮੈਂ ਬੇਨਤੀ ਕੀਤੀ ਹੈ ਇਹਨਾਂ ਦੇ ਵਰਤੋਂ ਜਾਂ ਅਰਥ ਜਿਹੜਾ ਉਹ ਸਾਨੂੰ ਸਪਸ਼ਟ ਕਰੋ। ਇਹ ਵੀਰ ਜੀ ਦਾ ਸਵਾਲ ਹੈ ਤੇ ਬੇਨਤੀ ਕਰ ਰਹੇ ਹਾਂ ਸਤਿਗੁਰੂ ਸਿੰਘ ਜੀ ਨੂੰ ਜੋ ਕਿਰਪਾ ਕਰਕੇ ਸਾਨੂੰ ਇਹਨਾਂ ਚਾਰਾਂ ਅੱਖਰਾਂ ਬਾਰੇ ਕਿਰਪਾ ਕਰਕੇ ਦੱਸੋ ਜੀ। ਵੀਰ ਜਗੀਰ ਸਿੰਘ जी वाहिगुरू जी का खालसा वाहिगुरू जी की फतेह। ਵੀਰ ਜੀ ਇਹ ਸ਼ਬਦ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਪਾਤਸ਼ਾਹ ਹਾਹਾ ਮੁਕਤਾ ਵੀ ਹੁੰਦਾ ਹਾਹੇ ਨੂੰ ਔਂਕੜ ਵੀ ਹੁੰਦਾ ਹਾਹੇ ਨੂੰ ਸਿਹਾਰੀ ਵੀ ਹੁੰਦੀ ਹੈ ਹਾਹੇ ਨੂੰ ਕੰਨਾ ਵੀ ਹੁੰਦਾ ਹਾਹੇ ਨੂੰ ਬਿਹਾਰੀ ਵੀ ਹੁੰਦੀ ਹੈ। ਇਹਨਾਂ ਸਾਰਿਆਂ ਦੇ ਅਰਥ ਵੱਖਰੇ ਵੱਖਰੇ ਵੀ ਹੁੰਦੇ ਨੇ ਤੇ ਉਚਾਰਨ ਵੀ ਕਈ ਵਾਰੀ ਵੱਖਰਾ ਵੱਖਰਾ ਹੁੰਦਾ। ਹੁਣ ਆਪਾਂ ਇੱਕ ਇੱਕ ਕਰਕੇ ਲੈਂਦੇ ਹਾਂ ਸਾਰਿਆਂ ਨੂੰ। ਪਹਿਲਾ ਹੈ ਜੀ ਪੱਪੇ ਨੂੰ ਕੰਨਾ ਤੱਤੇ ਨੂੰ ਸਿਹਾਰੀ ਸੱਸੇ ਨੂੰ ਕੰਨਾ ਹਾਹੇ ਨੂੰ ਔਂਕੜ ਪਾਤਸ਼ਾਹ। ਇਹ ਹਾਹੇ ਨੂੰ ਜਿਹੜਾ ਔਂਕੜ ਲੱਗਿਆ ਹੋਇਆ ਜੀ ਇਹ ਪਰਮਾਤਮਾ ਵਾਸਤੇ ਵੀ ਆਇਆ ਹੋਇਆ। ਇਹ ਔਂਕੜ ਇਸ ਕਰਕੇ ਲੱਗਿਆ ਵੀ ਇਹ ਪੁਲਿੰਗ ਹੈ ਇੱਕ ਵਚਨ ਆ ਇਸ ਕਰਕੇ ਔਂਕੜ ਲੱਗਿਆ ਹੋਇਆ। ਇਹਦਾ ਆਪਣੇ ਉਚਾਰਨ ਔਂਕੜ ਨਹੀਂ ਉਚਾਰਨਾ ਕਿਉਂਕਿ ਨੌ ਹੈ। ਜੇ ਇਹ ਕਿਰਿਆ ਹੋਵੇ ਫਿਰ ਔਂਕੜ ਦਾ ਉਚਾਰਨ ਕਰਨਾ ਇਸ ਕਰਕੇ ਔਂਕੜ ਦਾ ਉਚਾਰਨ ਇੱਥੇ ਨਹੀਂ ਕਰਨਾ। ਇਹਦਾ ਆਪਣੇ ਉਚਾਰਨ ਕਰਨਾ ਜੀ ਪਾਤਸ਼ਾਹ ਜੀ ਪਾਤਸ਼ਾਹੋ ਨਹੀਂ ਕਰਨਾ ਹੈਗਾ ਜੀ। ਪਾਸ ਦਾ ਮਤਲਬ ਹੁੰਦਾ ਸਿੰਘਾਸਨ ਸਾਹ ਦਾ ਮਤਲਬ ਹੁੰਦਾ ਮਾਲਕ ਮਤਲਬ ਸਿੰਘਾਸਨ ਦਾ ਮਾਲਕ ਮਤਲਬ ਬਾਦਸ਼ਾਹ ਜਾਂ ਪਰਮਾਤਮਾ। ਉਚਾਰਨ ਇਹਦਾ ਹੈਗਾ ਜੀ ਪਾਤਸ਼ਾਹ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਾਹੋ ਨਹੀਂ ਪਾਠ ਕਰਨਾ ਸ਼ਾਹ ਪਾਠ ਕਰਨਾ ਜੀ। ਜਿਹੜੇ ਵੀਰ ਜੀ ਨੇ ਸ਼ਬਦ ਲਿਖੇ ਨੇ ਇਹ ਸਾਰੇ ਸ਼ਬਦਾਂ ਦੇ ਵਿੱਚ ਨਾ ਜੀ ਤੱਤੇ ਨੂੰ ਸਿਹਾਰੀ ਲੱਗਦੀ ਹੈ। ਇਹਨਾਂ ਨੇ ਤੱਤਾ ਮੁਕਤਾ ਲਿਖਿਆ ਤੱਤਾ ਮੁਕਤਾ ਨਹੀਂ ਲੱਗਣਾ ਤੱਤੇ ਨੂੰ ਸਿਹਾਰੀ ਲੱਗਦੀ ਹੈ। ਇਹ ਜਿਹੜੀ ਤੱਤੇ ਨੂੰ ਸਿਹਾਰੀ ਹੈ ਇਹ ਬੋਲੀ ਵੀ ਨਹੀਂ ਜਾਂਦੀ। ਆਪਾਂ ਇਹਨੂੰ ਏਦਾਂ ਨਹੀਂ ਕਹਿਣਾ ਹੈਗਾ ਪਾਤੇ ਸਾ ਤੱਤੇ ਨੂੰ ਸਿਹਾਰੀ ਨਹੀਂ ਬੋਲਣੀ। ਉਹ ਕਿਉਂ ਨਹੀਂ ਬੋਲਣੀ ਆਪਾਂ ਨੇ ਪਹਿਲਾਂ ਕਈ ਵਾਰੀ ਵਿਚਾਰ ਕੀਤਾ ਵੀ ਇਹ ਜਿਹੜਾ ਪਾਤ ਸ਼ਾਹ ਦੋ ਸ਼ਬਦਾਂ ਨੂੰ ਮਿਲਾ ਕੇ ਕੀਤਾ ਗਿਆ ਇਸ ਕਰਕੇ ਇਹਨੂੰ ਜੋ ਵੱਖਰਾ ਵੱਖਰਾ ਪਾਤ ਵੱਖਰਾ ਕਰ ਲਓ ਸ਼ਾਹ ਵੱਖਰਾ ਕਰ ਲਓ। ਹੁਣ ਜੇ ਪਾਤ ਦਾ ਅਖੀਰਲਾ ਅੱਖਰ ਤੱਤਾ ਬਣ ਗਿਆ ਤੱਤੇ ਨੂੰ ਸਿਹਾਰੀ ਉਹ ਬੋਲੀ ਨਹੀਂ ਜਾਂਦੀ ਇਸ ਕਰਕੇ ਪਾਤਸ਼ਾਹ ਦੇ ਨਾਲ ਜਿਹੜੀ ਤੱਤੇ ਨੂੰ ਸਿਹਾਰੀ ਆ ਉਹ ਨਹੀਂ ਬੋਲਣੀ ਹੈਗੀ। ਇਹਦਾ ਉਚਾਰਨ ਕਰਨਾ ਜੀ ਪਾਤਸ਼ਾਹ ਜੀ। ਇਸੇ ਤਰ੍ਹਾਂ ਇੱਕ ਹੋਰ ਸ਼ਬਦ ਆਉਂਦਾ ਇਸੇ ਵਿੱਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ।
ਇੱਥੇ ਵੀ ਆਮ ਸੰਗਤ ਜੀ ਸਾਹੋ ਪਾਠ ਕਰਦੀ ਹੈ। ਸਾਹੋ ਪਾਠ ਨਹੀਂ ਕਰਨਾ ਕਿਉਂਕਿ ਇਹ ਨਾਊਨ ਹੈ, ਇਸ ਕਰਕੇ ਇਹਨੂੰ ਸਾਹ ਪਾਠ ਕਰਨਾ, ਹਾਹੇ ਦਾ ਔਂਕੜ ਨਹੀਂ ਬੁਲਾਉਣਾ ਹੈਗਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਸਾਹੋ ਪਾਠ ਨਹੀਂ ਕਰਨਾ। ਦੂਸਰਾ ਅੱਖਰ ਹੈ ਜੀ ਸ਼ਬਦ ਸੱਸਾ ਮੁਕਤਾ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹਾ। ਇਹ ਸੱਸੇ ਨੂੰ ਪੈਰ ਦੇ ਵਿੱਚ ਬਿੰਦੀ ਇਸ ਕਰਕੇ ਨਹੀਂ ਲੱਗੀ, ਇਹ ਸਾਰੇ ਅੱਖਰ ਫਾਰਸੀ ਦੇ ਨੇ ਜੀ। ਇਹ ਜਿਸ ਟਾਈਮ ਗੁਰੂ ਸਾਹਿਬ ਦੇ ਵੇਲੇ ਨਾ ਇਹ ਸੱਸੇ ਦੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਉਦੋਂ ਨਹੀਂ ਸੀ ਲੱਗਦੀਆਂ, ਲੇਕਿਨ ਬੋਲੀਆਂ ਜਾਂਦੀਆਂ ਸੀਗੀਆਂ। ਇਸ ਕਰਕੇ ਗੁਰਬਾਣੀ ਦੇ ਵਿੱਚ ਕਿਤੇ ਵੀ ਕਿਸੇ ਵੀ ਅੱਖਰ ਨੂੰ ਪੈਰ ਦੇ ਵਿੱਚ ਬਿੰਦੀ ਨਹੀਂ ਲੱਗੀ, ਪਰ ਬੋਲੀ ਜਾਂਦੀ ਹੈ। ਪਰ ਜਿੱਥੇ ਹੁਣ ਇਹ ਜਿਹੜੇ ਫਾਰਸੀ ਦੇ ਅੱਖਰ ਨੇ ਸਪੈਸ਼ਲੀ, ਤਾਂ ਇਹਨਾਂ ਦੇ ਜਿਹੜੇ ਅੱਖਰ ਮਤਲਬ ਬਿੰਦੀ ਲਾ ਕੇ ਬੋਲਣੇ ਨੇ, ਉਹ ਬਿੰਦੀ ਲਾ ਕੇ ਹੀ ਬੋਲਣੇ ਚਾਹੀਦੇ ਨੇ। ਇਹਦੇ ਵਿੱਚ ਜੀ ਪਾਤਸ਼ਾਹ, ਹਾਹਾ ਮੁਕਤਾ। ਹੁਣ ਹਾਹਾ ਮੁਕਤਾ ਆਉਣ ਦੇ ਕਾਰਨ ਕੀ ਨੇ? ਇਹਦੇ 3 ਕਾਰਨ ਨੇ ਜੀ। ਸਭ ਤੋਂ ਪਹਿਲਾ ਰੀਜ਼ਨ ਤਾਂ ਇਹ ਹੈ ਵੀ ਇਹ ਸੰਬੋਧਨ ਹੋਵੇ, ਮਤਲਬ ਬੁਲਾਇਆ ਸੰਬੋਧਨ ਕੀਤਾ ਜਾਵੇ। ਦੂਸਰਾ ਹੈਗਾ ਜੀ ਇਹ ਬਹੁ ਵਚਨ ਹੋਵੇ। ਤੀਸਰਾ ਇਹਦਾ ਰੀਜ਼ਨ ਹੈ ਵੀ ਇਹਦੇ ਨਾਲ ਕੋਈ ਸੰਬੰਧਕੀ ਅੱਖਰ ਆ ਜਾਵੇ, ਤਾਂ ਫਿਰ ਜਿਹੜਾ ਹਾਹੇ ਦਾ ਔਂਕੜ ਆ ਇਹ ਉੱਤਰ ਜਾਂਦਾ। ਇਹ 3 ਰੀਜ਼ਨ ਨੇ, ਯਾਦ ਰੱਖਣੇ ਨੇ ਜੀ ਹਮੇਸ਼ਾ। ਸ਼ਬਦ ਸੰਬੋਧਨ ਰੂਪ ਹੋਵੇ ਤਾਂ ਲਾਸਟ ਵਾਲਾ ਅੱਖਰ ਮੁਕਤਾ ਆਏਗਾ। ਜੇ ਬਹੁ ਵਚਨ ਹੋਵੇ ਤਾਂ ਵੀ ਬਹੁ ਵਚਨ ਹੋਵੇ ਤਾਂ ਵੀ ਇਹ ਮੁਕਤਾ ਆਏਗਾ। ਜੇ ਇਹ ਕਾਰਕੀ ਅਰਥ ਦੇਵੇ ਤਾਂ ਵੀ ਇਹ ਮੁਕਤਾ ਆਏਗਾ ਜੀ। ਤੇ ਉਚਾਰਨ ਇਹਦਾ ਬਣ ਜਾਏਗਾ ਪਾਤਸ਼ਾਹ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਾਹ ਬੋਲਣਾ। ਹੁਣ ਇਹਨਾਂ ਦੀ ਐਗਜ਼ਾਮਪਲਾਂ ਨੇ ਜੀ। ਪਹਿਲੀ ਹੈਗੀ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਇਹਦੇ ਵਿੱਚ ਪਾਤਸ਼ਾਹ ਦੇ ਸਪੈਲਿੰਗ ਇਹੀ ਨੇ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹਾ। ਹਾਹੇ ਨੂੰ ਔਂਕੜ ਨਹੀਂ ਹੈਗਾ, ਹਾਹੇ ਨੂੰ ਸਿਹਾਰੀ ਨਹੀਂ ਹੈਗੀ, ਕੰਨਾ ਕੁਝ ਨਹੀਂ ਹੈ, ਹਾਹਾ ਮੁਕਤਾ ਹੈਗਾ। ਇੱਥੇ ਨਾ ਜੀ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਨਾ ਇਹ ਸੰਬੋਧਨ ਕੀਤਾ ਗਿਆ ਵੀ ਹੇ ਸੱਚੇ ਪਾਤਸ਼ਾਹ ਤੇਰੀ ਕੁਦਰਤ ਸੱਚੀ ਹੈ। ਇੱਥੇ ਸੱਚੇ ਪਾਤਸ਼ਾਹ ਸੰਬੋਧਨ ਰੂਪ ਵਿੱਚ ਆ ਗਿਆ, ਇਸ ਕਰਕੇ ਹਾਹਾ ਮੁਕਤਾ ਆ ਗਿਆ। ਉਚਾਰਨ ਇਹਦਾ ਕਰਾਂਗੇ ਪਾਤਸ਼ਾਹ ਜੀ। ਦੂਸਰਾ ਹੈ ਜੀ ਇਹਦੇ ਵਿੱਚ ਸਰੂਪ ਸ਼ਬਦ ਦਾ ਉਹੀ ਹੈ, ਅਰਥ ਥੋੜੇ ਜਿਹੇ ਬਦਲ ਜਾਣਗੇ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨੌ ਜੀਓ। ਇੱਥੇ ਸ਼ਾਹ ਸੱਸੇ ਨੂੰ ਕਰਨਾ ਹਾਹਾ, ਹਾਹਾ ਮੁਕਤਾ ਹੋ ਗਿਆ। ਸ਼ਾਹ ਮੈਨੇ ਰਾਜਾ, ਰਾਜੇ, ਇਹ ਬਹੁ ਵਚਨ ਹੋ ਗਿਆ। ਪਾਤਸ਼ਾਹ ਇਹ ਵੀ ਹਾਹਾ ਮੁਕਤਾ, ਇਹ ਵੀ ਬਹੁ ਵਚਨ ਬਣ ਗਿਆ। ਸ਼ਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨੌ ਜੀਓ। ਇੱਥੇ ਪਾਤਸ਼ਾਹ ਬਹੁ ਵਚਨ ਹੈਗਾ, ਇਸ ਕਰਕੇ ਇਹ ਹਾਹਾ ਮੁਕਤਾ ਆ। ਇਹਦਾ ਉਚਾਰਨ ਵੀ ਪਾਣੇ ਪਾਤਸ਼ਾਹ ਹੀ ਕਰਨਾ ਹੈਗਾ ਜੀ। ਅਗਲੀ ਪੰਕਤੀ ਵਿੱਚ ਫਿਰ ਇੱਕ ਸ਼ਬਦ ਆਉਂਦਾ ਜੀ ਸੰਬੰਧਕੀ, ਉਹਦੇ ਵਿੱਚ ਵੀ ਹਾਹਾ ਮੁਕਤਾ ਹੈਗਾ। ਅਸ਼ਟ ਧਾਤ ਪਾਤਸ਼ਾਹ ਕੀ, ਘੜੀਏ ਸ਼ਬਦ ਵਿਗਾਸ। ਹੁਣ ਇਸੇ ਪਾਤਸ਼ਾਹ ਤੋਂ ਬਾਅਦ ਕੀ ਆ ਗਿਆ, ਇਸ ਕਰਕੇ ਹਾਹਾ ਮੁਕਤਾ ਆ ਗਿਆ। ਉਚਾਰਨ ਉਦਾਂ ਹੀ ਹੋਏਗਾ ਪਾਤਸ਼ਾਹ ਜੀ। ਇਹ ਸੰਬੰਧਕੀ ਕਰਕੇ ਮਤਲਬ ਇਹਦਾ ਇੱਥੇ ਹਾਹਾ ਮੁਕਤਾ ਆ ਗਿਆ। ਤੇ ਅੱਗੇ ਆ ਗਿਆ ਜੀ ਪਾਤਸ਼ਾਹ, ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਕੰਨਾ। ਹੁਣ ਇਹ ਜਿਹੜਾ ਸ਼ਬਦ ਹੈਗਾ ਪਾਤਸ਼ਾਹ, ਇਹਦੇ 2 ਉਚਾਰਨ ਬਣ ਜਾਂਦੇ ਨੇ ਜੀ। ਇਹ ਗੱਲ ਬਹੁਤ ਧਿਆਨ ਨਾਲ ਦੇਖਣੀ ਆ ਜੀ। ਇਹਦੇ ਉਚਾਰਨ 2 ਬਣ ਜਾਂਦੇ ਨੇ ਵੀ ਜੇ ਤਾਂ ਇਹ ਬਹੁ ਵਚਨ ਹੋਵੇ ਫਿਰ ਤਾਂ ਇਹਨੂੰ ਪਾਤਸ਼ਾਹਾਂ ਪਾਠ ਕਰਨਾ, ਜੇ ਇਹ ਇੱਕ ਵਚਨ ਹੋਵੇ ਫਿਰ ਇਹਨੂੰ ਪਾਤਸ਼ਾਹ ਪਾਠ ਕਰਨਾ। ਸੱਸੇ ਦੇ ਪੈਰ ਤਾਂ ਬਿੰਦੀ ਲਾਣੀ ਹੈ, ਸੱਸੇ ਹਾਹੇ ਦੇ ਕੰਨੇ ਨੂੰ ਬਿੰਦੀ ਫਿਰ ਨਹੀਂ ਲਾਉਣੀ ਜੇਕਰ ਇਹ ਇੱਕ ਵਚਨ ਹੋਵੇ। ਹੁਣ ਕਈ ਥਾਵਾਂ ਦੇ ਉੱਤੇ ਇੱਕ ਵਚਨ ਹੈ, ਕਈ ਥਾਵਾਂ ਦੇ ਉੱਤੇ ਬਹੁ ਵਚਨ ਹੈ। ਹੁਣ ਪਹਿਲਾਂ ਉਹ ਆਪਾਂ ਪੰਕਤੀ ਪੜਾਂਗੇ, ਤੁਕ ਪੜਾਂਗੇ, ਫਿਰ ਉਹਦੇ ਅਰਥ ਕਰਾਂਗੇ। ਫਿਰ ਜੇ ਉਹ ਬਹੁ ਵਚਨ ਹੈਗਾ ਫਿਰ ਪਾਤਸ਼ਾਹਾਂ ਪਾਠ ਕਰਨਾ, ਜੇ ਇੱਕ ਵਚਨ ਹੈਗਾ ਫਿਰ ਉਹਦਾ ਪਾਤਸ਼ਾਹ ਪਾਠ ਕਰਨਾ। ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਜੀ। ਸਿਰ ਪਾਤਸ਼ਾਹਾਂ ਸੱਚਾ ਸੋਏ। ਸੱਚਾ ਮੈਨੇ ਅਟਲ, ਜਿਹੜਾ ਕਾਇਮ ਰਹਿਣ ਵਾਲਾ, ਸੋਏ ਇਥੇ ਪ੍ਰਮਾਤਮਾ ਵਾਸਤੇ ਆਇਆ ਵੀ ਉਹ ਪ੍ਰਮਾਤਮਾ ਜਿਹੜਾ ਸੱਚਾ ਹੈਗਾ। ਸਿਰ ਪਾਤਸ਼ਾਹਾਂ, ਇਥੇ ਪਾਤਸ਼ਾਹਾਂ ਬਹੁ ਵਚਨ ਆ ਗਿਆ ਵੀ ਜਿਹੜੇ ਦੁਨਿਆਵੀ ਰਾਜੇ ਨੇ ਉਹਨਾਂ ਦੇ ਸਿਰ ਦੇ ਉੱਪਰ ਹੈ, ਵੀ ਉਹਨਾਂ ਸਭ ਤੋਂ ਉੱਪਰ ਹੈ, ਸਾਰੇ ਉਹਦੇ ਅੰਡਰ ਨੇ ਜੀ। ਤੇ ਇੱਥੇ ਬਹੁ ਵਚਨ ਹੈਗਾ, ਇਸ ਕਰਕੇ ਇਸੇ ਪਾਠ ਕਰਾਂਗੇ ਪਾਤਸ਼ਾਹਾਂ, ਲਿਖਿਆ ਹੋਇਆ ਪਾਤਸ਼ਾਹ। ਇਹ ਸੱਸੇ ਦੇ ਪੈਰ 'ਚ ਬਿੰਦੀ ਲਾਉਣੀ ਆ, ਹਾਹੇ ਦੇ ਕੰਨੇ ਦੇ ਉੱਤੇ ਬਿੰਦੀ ਵੀ ਲਾਣੀ ਆ। ਪਾਤਸ਼ਾਹਾਂ ਕਿਉਂ ਕਰਨਾ? ਕਿਉਂਕਿ ਬਹੁ ਵਚਨ। ਸਿਰ ਪਾਤਸ਼ਾਹਾਂ, ਇਥੇ ਪਾਤਸ਼ਾਹ ਪਾਠ ਨਹੀਂ ਕਰਨਾ ਹੈਗਾ ਕਿਉਂਕਿ ਬਹੁ ਵਚਨ ਹੈ ਜੀ। ਸਿਰ ਪਾਤਸ਼ਾਹਾਂ ਸੱਚਾ ਸੋਏ। ਅਗਲੀ ਤੁਕ ਦੇ ਵਿੱਚ ਜੀ ਜਿਹੜਾ ਪਾਤਸ਼ਾਹ ਹੈਗਾ ਉਹ ਇੱਕ ਵਚਨ ਹੈ। ਸਿਰ ਸ਼ਾਹਾਂ ਪਾਤਸ਼ਾਹ।
ਹੁਣ ਇੱਥੇ ਵੈਸੇ ਨਹੀਂ ਪਤਾ ਲੱਗੇਗਾ ਵੀ ਇੱਕ ਬਚਨ ਆ ਜਾਂ ਬਹੁ ਬਚਨ ਆ, ਇਹਦੇ ਸਾਰਾ ਸ਼ਬਦ ਦੇਖਾਂਗੇ, ਉਹਦੇ ਹਿਸਾਬ ਨਾਲ ਅਰਥ ਕਰਾਂਗੇ। ਕਈ ਵਾਰੀ ਪਾਤਸ਼ਾਹ ਗੁਰੂ ਵਾਸਤੇ ਵੀ ਆਇਆ ਹੁੰਦਾ, ਕਈ ਵਾਸਤੇ ਅਕਾਲ ਪੁਰਖ ਵਾਸਤੇ ਵੀ ਆਇਆ ਹੁੰਦਾ। ਉਹ ਕਈ ਵਾਰੀ ਇੱਕ ਪੰਕਤੀ ਚੋਂ ਨਹੀਂ ਪਤਾ ਲੱਗਦਾ, ਸਾਰਾ ਸ਼ਬਦ ਪੜਾਂਗੇ ਫਿਰ ਉਹ ਜਿਹੜੀ ਪਹਿਲੀ ਤੁਕ ਹੈ ਉਹ ਤੋਂ ਪਤਾ ਲੱਗਦਾ ਵੀ ਇਹ ਗੁਰੂ ਵਾਸਤੇ ਆਇਆ ਜੀ। ਤੇ ਹੁਣ ਸਿਰ ਸਾਹਾਂ ਪਾਤਸ਼ਾਹ, ਇਹਦੇ ਸਿਰ ਸਾਹਾਂ ਮੈਨੇ ਬਾਦਸ਼ਾਹ, ਦੁਨਿਆਵੀ ਵਾਸਤੇ ਵੀ ਜਿਹੜੇ ਦੁਨਿਆਵੀ ਬਾਦਸ਼ਾਹ ਰਾਜੇ ਹੈਗੇ ਨੇ ਉਹਨਾਂ ਦੇ ਉੱਪਰ ਸੱਚਾ ਪਾਤਸ਼ਾਹ ਪਰਮਾਤਮਾ ਸਭ ਤੋਂ ਉੱਪਰ ਹੈ ਜੀ। ਤੇ ਇੱਥੇ ਜਿਹੜੇ ਸਿਰ ਪਾਤਸ਼ਾਹ ਇੱਕ ਵਚਨ ਆਇਆ, ਇੱਥੇ ਫਿਰ ਬਿੰਦੀ ਨਹੀਂ ਲਾਣੀ, ਆਪਾਂ ਪਾਠ ਕਰਾਂਗੇ ਪਾਤਸ਼ਾਹ। ਇਹ 621 ਨੰਬਰ ਅੰਕ ਦੇ ਉੱਤੇ ਆਇਆ ਹੋਇਆ ਜੀ। ਤੇ ਜਿਹੜਾ ਪਹਿਲਾ ਸੀਗਾ ਸਿਰ ਪਾਤਸ਼ਾਹਾਂ ਸੱਚਾ ਸੋਏ, ਇਹ 1144 ਅੰਕ ਦੇ ਉੱਤੇ ਆਇਆ ਹੋਇਆ ਜੀ। ਹੁਣ ਇੱਕ ਪੰਕਤੀ ਹੋਰ ਹੈ ਜੀ ਇੱਕ ਵਚਨ ਦੀ, ਮੇਰਾ ਪ੍ਰਭ ਸਾਚਾ, ਇੱਥੇ ਵਿਸਰਾਮ ਲਾਉਣਾ ਜੀ। ਮੇਰਾ ਪ੍ਰਭ ਸਾਚਾ, ਵੀ ਮੇਰਾ ਪ੍ਰਭੂ ਸੱਚਾ ਹੈਗਾ, ਸਦਾ ਟਲ ਹੈਗਾ। ਸਦ ਹੀ ਸਾਚਾ, ਹਮੇਸ਼ਾ ਹੀ ਸੱਚਾ ਹੈਗਾ, ਹਮੇਸ਼ਾ ਹੀ ਟਲ ਹੈਗਾ। ਸਿਰ ਸਾਹਾਂ, ਇੱਥੇ ਨਾ ਸਾਹਾਂ ਦੇ ਉੱਤੇ ਨਾ ਬਿੰਦੀ ਲਾਈ ਹੋਈ ਹੈ, ਕਿਉਂਕਿ ਸਾਹਾਂ ਬਹੁ ਵਚਨ ਹੈ ਤਾਂ ਬਿੰਦੀ ਲੱਗੀ ਆ। ਸਿਰ ਸਾਹਾਂ ਪਾਤਸ਼ਾਹ ਹੈ। ਹੁਣ ਇੱਥੇ ਪਾਤਸ਼ਾਹਾਂ ਨਹੀਂ ਕਰਨਾ ਹੈਗਾ, ਕਿਉਂਕਿ ਜਿਹੜਾ ਪਾਤਸ਼ਾਹ ਆਇਆ ਇਹ ਪਰਮਾਤਮਾ ਵਾਸਤੇ ਆਇਆ। ਇੱਥੇ ਇੱਕ ਵਚਨ ਹੈ ਪਰਮਾਤਮਾ, ਇੱਥੇ ਪਾਤਸ਼ਾਹਾਂ ਪਾਠ ਨਹੀਂ ਕਰਨਾ, ਇੱਥੇ ਪਾਤਸ਼ਾਹ ਪਾਠ ਕਰਨਾ। ਮੇਰਾ ਪ੍ਰਭ ਸਾਚਾ, ਸਦ ਹੀ ਸਾਚਾ, ਸਿਰ ਸਾਹਾਂ ਪਾਤਸ਼ਾਹ ਹੈ। ਇੱਥੇ ਇੱਕ ਵਚਨ ਹੈ, ਇਸ ਲਈ ਪਾਤਸ਼ਾਹਾਂ ਪਾਠ ਨਹੀਂ ਕਰਨਾ, ਪਾਤਸ਼ਾਹ ਪਾਠ ਕਰਨਾ, ਬਿਨਾਂ ਬਿੰਦੀ ਤੋਂ ਉਚਾਰਨ ਕਰਨਾ। ਅਗਲੀ ਪੰਕਤੀ ਹੈ ਜੀ ਪਾਤਸ਼ਾਹੀ, ਹਾਹੇ ਨੂੰ ਬਿਹਾਰੀ ਲੱਗੀ ਹੋਈ ਹੈ ਜੀ। ਇਹਦੇ ਅਰਥ ਵੀ ਦੋ ਤਰੀਕੇ ਨਾਲ ਹੁੰਦੇ ਨੇ, ਇਹਦਾ ਉਚਾਰਨ ਵੀ ਦੋ ਤਰੀਕਿਆਂ ਨਾਲ ਹੁੰਦਾ। ਵੀ ਜੇਕਰ ਇਹ ਇੱਕ ਵਚਨ ਹੈ ਤਾਂ ਜਿੱਦਾਂ ਲਿਖਿਆ ਹੋਇਆ ਉਦਾਂ ਹੀ ਪਾਠ ਕਰਨਾ, ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਦੇਣੀ ਹੈ। ਪਾਤਸ਼ਾਹੀ ਤੇ ਪਾਤਸ਼ਾਹੀ, ਪਾਤਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ ਜੀ। ਤੇ ਜੇ ਇਹ ਬਹੁ ਵਚਨ ਹੋਵੇ ਫਿਰ ਹਾਹੇ ਦੀ ਬਿਹਾਰੀ ਦੇ ਨਾਲ ਉੱਤੇ ਬਿੰਦੀ ਲਾਣੀ ਹੈ। ਹੁਣ ਪਹਿਲਾਂ ਆਪਾਂ ਇਹਦੇ ਅਰਥ ਕਰਾਂਗੇ, ਫਿਰ ਦੇਖਾਂਗੇ ਵੀ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਜੇ ਬਹੁ ਵਚਨ ਆ ਤੇ ਫਿਰ ਬਿੰਦੀ ਲਾਵਾਂਗੇ, ਜੇ ਇੱਕ ਵਚਨ ਆ ਤਾਂ ਫਿਰ ਇਹਨੂੰ ਬਿਨਾਂ ਬਿੰਦੀ ਤੋਂ ਉਚਾਰਨ ਕਰਨਾ। ਸੱਸੇ ਦੇ ਪੈਰ ਵਿੱਚ ਤਾਂ ਬਿੰਦੀ ਲੱਗਣੀ ਹੈ, ਕਿਉਂਕਿ ਫਾਰਸੀ ਦੇ ਅੱਖਰ ਨੇ ਇਹ। ਕਿ ਇਹਦਾ ਕਿੱਦਾਂ ਜੀ, ਇਹ ਦੇਖੋ ਨਾਨਕ ਪਾਤਸ਼ਾਹੀ, ਨਾਨਕ ਹੇ ਨਾਨਕ, ਨਾਨਕ ਦਾ ਕੱਕਾ ਮੁਕਤਾ, ਇਹਦਾ ਮਤਲਬ ਹੈ ਹੇ ਨਾਨਕ। ਪਾਤਸ਼ਾਹੀ ਪਾਤਸ਼ਾਹ, ਹੁਣ ਜਿਹੜਾ ਪਹਿਲਾ ਪਾਤਸ਼ਾਹੀ ਹੈ ਹਾਹੇ ਨੂੰ ਬਿਹਾਰੀ ਹੈ ਜੀ, ਇਹ ਬਹੁ ਵਚਨ ਹੈ। ਪਾਤਸ਼ਾਹ ਹਾਹੇ ਨੂੰ ਔਂਕੜ ਹੈ, ਇਹ ਇੱਕ ਵਚਨ ਹੈ। ਇਹ ਸ਼ਬਦ ਜੀ ਇੱਕ ਵਚਨ ਵਾਸਤੇ ਆਇਆ, ਇਸ ਕਰਕੇ ਇਸ ਨੂੰ ਪਾਤਸ਼ਾਹ ਪਾਠ ਕਰਾਂਗੇ। ਜੇ ਆਪਾਂ ਏਦਾਂ ਪਾਠ ਕਰੀਏ ਨਾਨਕ ਪਾਤਸ਼ਾਹੀ ਪਾਤਸ਼ਾਹ, ਸਾਹੋ ਪਾਠ ਨਹੀਂ ਕਰਨਾ ਹੈਗਾ। ਪਾਤਸ਼ਾਹੋ ਇੱਕ ਵਚਨ ਹੈ, ਪਰਮਾਤਮਾ ਵਾਸਤੇ ਆਇਆ। ਜੇ ਆਪਾਂ ਪਾਤਸ਼ਾਹੀ ਨੂੰ ਇੱਕ ਵਚਨ ਬਣਾਈਏ, ਪਾਤਸ਼ਾਹੀ ਮੈਨੇ ਮਹਾਰਾਜਾ, ਦੁਨਿਆਵੀ ਮਹਾਰਾਜਾ, ਵੀ ਅਕਾਲ ਪੁਰਖ ਵਾਹਿਗੁਰੂ ਇੱਕ ਰਾਜੇ ਦਾ ਬਾਦਸ਼ਾਹ। ਹੁਣ ਦੇਖੋ ਇੱਕ ਰਾਜੇ ਦਾ ਹੋਊਗਾ ਜਾਂ ਸਾਰਿਆਂ ਦਾ ਹੋਊਗਾ, ਉਹ ਸਾਰਿਆਂ ਦਾ ਹੀ ਪਾਤਸ਼ਾਹ ਹੈਗਾ, ਇਸ ਕਰਕੇ ਇਹ ਬਹੁ ਵਚਨ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ, ਇੱਥੇ ਪਾਤਸ਼ਾਹੀ ਪਾਠ ਕਰਨਾ ਹੈਗਾ, ਕਿਉਂਕਿ ਇਹ ਬਹੁ ਵਚਨ ਹੈ ਜੀ। ਹੁਣ ਅੱਗੇ ਅਗਲੀ ਪੰਕਤੀ ਵਿੱਚ ਪਾਤਸ਼ਾਹੀ ਫੇਰ ਲਿਖਿਆ ਹੋਇਆ, ਕਾਇਮ ਦਾਇਮ ਸਦਾ ਪਾਤਸ਼ਾਹੀ। ਪਰਮਾਤਮਾ ਜਿਹੜੀ ਬਾਦਸ਼ਾਹੀ ਹੈ ਉਹ ਹਮੇਸ਼ਾ ਹੀ ਕਾਇਮ ਹੈ ਜੀ। ਹੁਣ ਇੱਥੇ ਪਾਤਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ। ਹੁਣ ਇੱਥੇ ਪਾਤਸ਼ਾਹੀ ਪਾਠ ਨਹੀਂ ਕਰਨਾ, ਇੱਥੇ ਪਾਠ ਕਰਨਾ ਕਾਇਮ ਦਾਇਮ ਸਦਾ ਪਾਤਸ਼ਾਹੀ। ਇਸ ਤਰ੍ਹਾਂ ਦਾ ਪਾਠ ਦੋ ਹੋ ਗਏ, ਇੱਕ ਬਿੰਦੀ ਵਾਲਾ, ਇੱਕ ਬਿਨਾਂ ਬਿੰਦੀ ਤੋਂ। ਜੇ ਇੱਕ ਵਚਨ ਹੈਗਾ ਤਾਂ ਬਿਨਾਂ ਬਿੰਦੀ ਤੋਂ ਪਾਠ ਕਰਨਾ ਬਿਹਾਰੀ ਨੂੰ, ਜੇ ਬਹੁ ਵਚਨ ਹੈ ਤਾਂ ਹਾਹੇ ਦੀ ਬਿਹਾਰੀ ਨਾਲ ਬਿੰਦੀ ਲਾ ਕੇ ਪਾਠ ਕਰਨਾ। ਇੱਕ ਪੰਕਤੀ ਇੱਕ ਹੋਰ ਸਰੂਪ ਆਉਂਦਾ ਜੀ, ਇਦਾਂ ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਲਾਂ ਜੀ, ਆਪਣੇ ਸਿਹਾਰੀ ਲਾਣੀ ਸਿਹਾਰੀ ਹੈਗੀ ਜੀ। ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਸਿਹਾਰੀ। ਹੁਣ ਇਹ ਵੀ ਪਾਠ ਪਾਣੀ ਕਰਨਾ ਪਾਤਸ਼ਾਹ, ਇਹਦੀ ਸਿਹਾਰੀ ਨਹੀਂ ਬੋਲਣੀ। ਇਹ ਸਿਹਾਰੀ ਇਸ ਕਰਕੇ ਲੱਗੀ ਹੈ ਕਿਉਂਕਿ ਇਹ ਕਾਰਕੀ ਅਰਥ ਦਿੰਦੀ ਹੈ। ਸਿਹਾਰੀ ਕਾਰਕੀ ਅਰਥ ਦਿੰਦੀ ਹੈ ਵੀ ਪਾਤਸ਼ਾਹ ਨੇ। ਜਿਸ ਤਰ੍ਹਾਂ ਜੀ ਹੈ, ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਵੀ ਸੱਚੇ ਪਾਤਸ਼ਾਹ ਨੇ ਡੁੱਬਦੇ ਨੂੰ, ਮੈਨੂੰ ਡੁੱਬਦੇ ਨੂੰ, ਬਕਾਰਾਂ ਚ ਡੁੱਬਦੇ ਹੋਏ ਨੂੰ ਮੈਨੂੰ ਬਚਾ ਲਿਆ। ਨਾਨਕ ਪਾਤਸ਼ਾਹ ਨੇ, ਇਸ ਕਰਕੇ ਸਿਹਾਰੀ ਲੱਗੀ ਹੋਈ ਹੈ। ਅਰਥ ਪੈਦਾ ਕਰਾਂਗੇ ਪਾਤਸ਼ਾਹ ਨੇ, ਉਚਾਰਨ ਕਰਾਂਗੇ ਪਾਤਸ਼ਾਹ। ਇਹਨੂੰ ਪਾਤਸ਼ਾਹੇ ਸਿਹਾਰੀ ਬੋਲਣ ਦੀ ਕੋਸ਼ਿਸ਼ ਨਹੀਂ ਕਰਨੀ। ਸਿਹਾਰੀ ਮਤਲਬ ਇਹ ਅਰਥ ਕਰਨ ਵਾਸਤੇ ਹੈ, ਉਚਾਰਨ ਕਰਨ ਵਾਸਤੇ ਨਹੀਂ ਹੈਗੀ। ਇਸ ਕਰਕੇ ਇਹਦਾ ਉਚਾਰਨ ਬਣ ਗਿਆ ਪਾਤਸ਼ਾਹ ਜੀ।
ਅੱਗੇ ਹੈ ਜੀ ਬਸ ਮਾਰਿਆ ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਨੇ ਮਾਰ ਦਿੱਤਾ, ਸਿੱਧੇ ਜੇ ਬਣ ਗਏ। ਵੇਖ ਧੁਰ ਕਰਮ ਚਾ, ਵੀ ਜਿਹੜੇ ਸਾਡੇ ਕਰਮ ਨੇ ਉਹਨਾਂ ਨੂੰ ਦੇਖ ਕੇ ਪਾਤਸ਼ਾਹ ਨੇ ਮਾਰ ਦਿੱਤਾ, ਸਾਨੂੰ ਸਜ਼ਾ ਦਿੱਤੀ। ਹੁਣ ਇਹਦਾ ਵੀ ਪਾਤਸ਼ਾਹ ਦਾ ਪੱਪੇ ਨੂੰ ਕੰਨਾ, ਤੱਤੇ ਨੂੰ ਸਿਹਾਰੀ, ਸੱਸੇ ਨੂੰ ਕੰਨਾ, ਹਾਹੇ ਨੂੰ ਸਿਹਾਰੀ। ਇਹ ਜਿਹੜੀ ਹਾਹੇ ਨੂੰ ਸਿਹਾਰੀ ਹੈਗੀ ਹੈ, ਇਹ ਅਰਥ ਕਰਨ ਵਾਸਤੇ ਹੈ, ਉਚਾਰਨ ਕਰਨ ਵਾਸਤੇ ਨਹੀਂ ਹੈਗੀ। ਇਹਦਾ ਵੀ ਬਣਦਾ ਇਹ ਸੱਚੇ ਪਾਤਸ਼ਾਹ ਨੇ ਮਾਰਿਆ, ਮਾਰ ਦਿੱਤਾ। ਇੱਥੇ ਵੀ ਅਸਾਂ ਸਿਹਾਰੀ ਲਾਉਣੀ ਹੈਗੀ ਹੈ। ਹੁਣ ਇਹਦੇ ਵਿੱਚ ਇੱਕ ਅੱਖਰ ਕੱਲਾ ਸਹਿ ਆ ਜਾਂਦਾ, ਸੱਸਾ ਹਾਹਾ ਸਹਿ, ਸੱਸਾ ਹਾਹੇ ਨੂੰ ਸਿਹਾਰੀ ਸਹਿ, ਸੱਸਾ ਹਾਹੇ ਨੂੰ ਔਂਕੜ ਸ਼ਹਿ, ਸੱਸਾ ਹਾਹੇ ਨੂੰ ਦਲਾਵਾਂ ਵੀ ਹੈ ਸ਼ਹਿ। ਹੁਣ ਇਹਦੇ ਅਰਥ ਵੈਸੇ ਕਈ ਬਣ ਜਾਂਦੇ ਨੇ, ਆਪਾਂ ਬਹੁਤਾ ਡਿਟੇਲ ਵਿੱਚ ਨਹੀਂ ਜਾਣਾ। ਵੀ ਜੇਕਰ ਇਹਨਾਂ ਦਾ ਸ਼ਬਦ ਜਗੀਰ ਸਿੰਘ ਜੀ ਆਪਣਾ ਸਵਾਲ ਕਵਰ ਹੋ ਗਿਆ, ਇਹ ਤਾਂ ਨਵਾਂ ਸ਼ੁਰੂ ਹੋ ਗਿਆ, ਆਪਾਂ ਸਮਾਂ ਜ਼ਿਆਦਾ ਹੋ ਰਿਹਾ, ਪਲੀਜ਼ क्षमा ਕਰਨਾ। ਇਹ ਫਿਰ ਆਪਾਂ ਅਗਲੀ ਵਾਰੀ ਦੇਖ ਲਾਂਗੇ ਕਦੇ। ਬਾ ਇਹਦਾ ਵੀ ਆਪਣੇ ਜੀ ਸ਼ਾਰਟਕਟ ਵੀ ਇੱਕ ਦੱਸ ਦੇਣਾ ਜੀ, ਵੀ ਇਹਨੂੰ ਸ਼ਹਿ ਪਾਠ ਕਰਨਾ, ਇਹਨੂੰ ਸ਼ਾਹੋ ਪਾਠ ਨਹੀਂ ਕਰਨਾ, ਸਾਹੇ ਪਾਠ ਨਹੀਂ ਕਰਨਾ, ਕਿਉਂਕਿ ਇਹ ਸਿਹਾਰੀ ਜਾਂ ਔਂਕੜ ਅਰਥਾਂ ਵਾਸਤੇ ਹੁੰਦੀ ਹੈ, ਉਚਾਰਨ ਵਾਸਤੇ ਨਹੀਂ ਹੁੰਦੀ। ਇਹ ਜਿਹੜੇ ਸ਼ਹਿ ਹੋ ਗਿਆ, ਚਾਹੇ ਹਾਹਾ ਮੁਕਤਾ ਹੈਗਾ, ਚਾਹੇ ਸਿਹਾਰੀ ਹੈਗੀ ਹੈ, ਚਾਹੇ ਹਾਹੇ ਨੂੰ ਔਂਕੜ ਹੈਗਾ, ਇਹਨਾਂ ਦਾ ਉਚਾਰਨ ਨਹੀਂ ਕਰਨਾ। ਸੱਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਹਿ ਪਾਠ ਕਰਨਾ ਜੀ। ਵਾਹਿਗੁਰੂ ਜੀ ਬੇਨਤੀ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਡਿਟੇਲ ਵਿੱਚ ਵੀਰ ਜੀ ਨੇ ਦੱਸਿਆ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਾਧ ਸੰਗਤ ਜੀ।